Okay, so first topic is meaning of management. Simply ਤੁਸੀਂ ਕੋਈ ਵੀ definition तीन चार definitions ਨੂੰ ਪੜੋ, ਉਹਨਾਂ ਨੂੰ ਕੀ ਕਰੋ ਐਡ ਔਨ ਕਰੋ, ਸਿਰਫ meaning ਲਿਖ ਸਕਦੇ ਹੋ। ਤੁਸੀਂ meaning ਦੇ ਵਿੱਚ ਕੀ ਲਿਖ ਸਕਦੇ ਹੋ ਕਿ management ਕੀ ਹੈ, ਸਾਡੀ process ਹੈ। process ਦੇ ਵਿੱਚ ਕੀ ਅਸੀਂ ਲਿਖਾਂਗੇ planning, organizing, staffing, directing, coordination and controlling। ਮੈਂ ਕੱਲ ਵੀ ਦੱਸਿਆ ਸੀ ਕੁਝ ਰਾਈਟਰਸ ਸਾਡੇ ਫੋਲੋ ਕਰਦੇ ਨੇ ਸਿਰਫ 5 ਕੁਝ ਕਰਦੇ ਨੇ 6 ਪਰ ਅਸੀਂ ਜਦੋਂ ਵੀ ਲਿਖ ਕੇ ਆ ਰਹੇ ਹਾਂ ਅਸੀਂ 6 ਅਸੀਂ ਕੋਆਰਡੀਨੇਸ਼ਨ ਵਿੱਚ ਇਨਕਲੂਡ ਕਰਕੇ ਹੀ ਲਿਖ ਕੇ ਆਵਾਂਗੇ। ਅਨਦਰ ਥਿੰਗ ਅਸੀਂ ਮੀਨਿੰਗ ਦੇ ਵਿੱਚ ਐਡ ਕਰਕੇ ਸਕਦੇ ਹਾਂ ਇਵਨ ਡੈਫੀਨੇਸ਼ਨ ਐਜ਼ ਅ ਔਰ ਅਸੀਂ ਐਜ਼ ਅ ਮੀਨਿੰਗ ਕਿ ਮੈਨੇਜਮੈਂਟ ਸਿਰਫ ਕੀ ਹੈ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਕਹਿੰਦੇ ਮੈਨੇਜਮੈਂਟ ਦਾ ਮਤਲਬ ਇਹ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਸਾਰਾ ਕੰਮ ਕਿਸ ਤੋਂ ਕਰਵਾਓ, ਕਿਸੇ ਹੋਰ ਪਰਸਨ ਤੋਂ ਉਸ ਕੰਮ ਨੂੰ ਕੀ ਕਰੋ ਪਰਫਾਰਮ ਕਰੋ। ਪਰ ਕਹਿੰਦੇ ਮਾਡਰਨ ਕਨਸੈਪਟ ਦੇ ਅਕੋਰਡਿੰਗ ਮੈਨੇਜਮੈਂਟ ਨੂੰ ਅਸੀਂ ਕੀ ਡਿਫਾਈਨ ਕਰਨ ਲੱਗੇ ਐਜ਼ ਅ ਪ੍ਰੋਸੈਸ, ਮਤਲਬ ਡਿਪੈਂਡ ਪ੍ਰੋਸੈਸ ਉਹੀ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ ਐਂਡ ਕੋਆਰਡੀਨੇਸ਼ਨ। ਕਹਿੰਦੇ ਜੋ ਅਸੀਂ ਪ੍ਰੋਸੈਸ ਨੂੰ ਫੋਲੋ ਕਰਦੇ ਕਿਉਂ ਕਰਦੇ ਹਾਂ ਤਾਂ ਕਿ ਸਾਡਾ ਮੇਨ ਆਬਜੈਕਟ ਕੀ ਹੈ, ਜੋ ਆਰਗੇਨਾਈਜੇਸ਼ਨ ਦੇ ਗੋਲਸ ਨੇ ਉਹਨਾਂ ਨੂੰ ਅਸੀਂ ਅਚੀਵ ਕਰ ਸਕੀਏ ਕਿਸ ਵੇ ਨਾਲ, ਇਫੈਕਟਿਵਲੀ ਐਂਡ ਐਫੀਸ਼ੀਐਂਟਲੀ। ਇਫੈਕਟਿਵ ਮਤਲਬ ਕੀ ਹੁੰਦਾ ਵਿਦਿਨ ਅ ਟਾਈਮ, ਐਫੀਸ਼ੀਐਂਸ ਮਤਲਬ ਕੀ ਹੁੰਦਾ ਹੈ ਸਾਨੂੰ ਕੋਸਟ ਕੀ ਹੈ ਘੱਟ ਤੋਂ ਘੱਟ ਪਵੇ। ਇੱਥੇ ਲਿਖਿਆ ਹੋਇਆ ਦੇਖੋ effectiveness refers to achievement of task on time and efficiently means optimum use of resource। optimum use मतलब जो ਕੋਸਟ ਹੈ ਸਾਨੂੰ ਕੀ ਹੋਵੇ ਘੱਟ ਪਵੇ ਤੇ ਜੋ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਕੀ ਹੈ ਵੇਸਟੇਜ ਸਾਡੀ ਘੱਟ ਹੋਵੇ ਪਰ ਜੋ ਪ੍ਰੋਫਿਟਸ ਨੇ ਉਹ ਕੀ ਹੋਣ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹੋਣ। ਨੈਕਸਟ ਥਿੰਗ ਇਜ਼ ਕਰੈਕਟਰ ਡੈਫੀਨੇਸ਼ਨ। ਅਗੇਨ ਬੁੱਕ ਦੇ ਵਿੱਚ ਬਹੁਤ ਸਾਰੇ ਲਿਖੇ ਨੇ, ਕੋਈ ਵੀ 2-3 ਡੈਫੀਨੇਸ਼ਨਸ ਨੂੰ ਲਰਨ ਕਰੋ, ਰਾਈਟਰਸ ਦੇ ਨੇਮ ਜੋ ਈਜ਼ੀ ਲੱਗਦੇ ਨੇ ਉਹ ਲਰਨ ਕਰੋ, ਲਿਖ ਦੋ, ਦੈਟਸ ਇਟ। ਕਿਸੇ ਟੀਚਰ ਨੂੰ ਕੋਈ ਲਰਨ ਨਹੀਂ ਹੁੰਦਾ ਕਿ ਰਾਈਟਰ ਨੇ ਕੀ ਡੈਫੀਨੇਸ਼ਨ ਪ੍ਰੋਵਾਈਡ ਕੀਤੀ। next thing is characteristics of management। characteristics का meaning जो है features, characters और natures। कुछ भी आज ना से same लिखना है कि पता किथों चलेगा कि एक किसी management perform कर रहे हैं। first thing is कहने management is goal oriented process। modern concept यही कहता है कहने management ਕਰਨ ਲਈ ਨਾ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਤੁਹਾਡੇ ਏਮਸ ਕੀ ਨੇ। ਅਗਰ ਤੁਹਾਨੂੰ ਆਪਣੇ ਏਮ ਹੀ ਨਹੀਂ ਪਤਾ ਤੁਸੀਂ ਮੈਨੇਜ ਕਰਕੇ ਕਰੋਗੇ ਕੀ। ਮੈਂ ਮੰਨ ਕੇ ਚਲੋ ਐਜ਼ ਅ ਸਟੂਡੈਂਟ ਮੈਂ ਕਿਹਾ ਮੈਂ 90% ਲੈਣੇ, ਅਗਰ ਮੇਰੇ ਏਮ ਹੋਣਗੇ ਫਿਰ ਮੈਂ ਆਪਣਾ टाइम टेबल मैनेज कर सकती हैं कि मैं किन्ने आवर्स पढ़ना है, 2 घंटे पढ़ना है, 4 घंटे पढ़ना है, 5 घंटे पढ़ना है। पर अगर मेरे एम ही नहीं होएगा, मैं डिसाइड ही नहीं होएगा तो मैं अपना परफॉर्म किद्दां कर सकदी, नहीं परफॉर्म कर। सेम एज इन ऑर्गेनाइजेशन ਤੁਹਾਡੇ ऑब्जेक्टिव्स ਕੀ ਨੇ, ਤੁਸੀਂ ਕਹਿੰਦੇ ਗੋਲ ओरिएंटेड ਹੋਵੋਗੇ, ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ, ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਆਪਣੇ ਮੈਨੇਜਮੈਂਟ ਨੂੰ ਕੀ ਹੈਗੇ ਅੱਗੇ ਕੰਟੀਨਿਊ ਕਰ ਸਕਦੇ ਹੋ, ਅਦਰਵਾਈਜ਼ ਤੁਹਾਡੀ ਮੈਨੇਜਮੈਂਟ ਕੀ ਹੋਏਗੀ ਵੇਸਟ ਹੋਏਗੀ। next is management is all pervasive। pervasive means ਹੁੰਦਾ applicable at all levels even in all type of organizations। ਕਹਿੰਦੇ ਚਾਹੇ ਤੁਹਾਡੀ organization ਕੀ ਹੈ small है चाहे big है, चाहे profit है चाहे non profit organization है, चाहे commercial है non commercial है, ਕਹਿੰਦੇ ਹਰ ਜਗ੍ਹਾ ਤੇ ਸਾਡੀ ਕੀ ਹੈ ਮੈਨੇਜਮੈਂਟ ਅਪਲਾਈ ਹੋਏਗੀ। ਐਗਜ਼ਾਮਪਲ ਹਸਪੀਟਲਸ ਨੇ, ਹਸਪੀਟਲਸ ਦੇ ਵਿੱਚ ਸਾਡੇ ਕੀ ਹੈ ਕਿੱਦਾਂ ਅਪਲਾਈ ਹੁੰਦਾ ਕਿ ਕਿਹੜਾ ਡਾਕਟਰ ਕਿੰਨੇ ਤੋਂ ਕਿੰਨਾ ਟਾਈਮ ਆਏਗਾ, ਕਿੰਨਾ ਟਾਈਮ ਪਰਫਾਰਮ ਕਰੇਗਾ, ਸੰਡੇ ਦੇਖੇਗਾ, ਮੰਡੇ ਟਿਊਜ਼ਡੇ ਵੈਡਨਸਡੇ ਕਿਸ ਦਿਨ ਡਿਊਟੀ ਹੋਏਗੀ। ਆਰਮੀ ਹੈ ਕਿਸ ਟਾਈਮ ਕਿਹੜਾ ਮਤਲਬ ਕੀ ਹੈ ਜੋ ਨੇਵੀ ਦੇ ਵਿੱਚ ਜਾਂ ਆਰਮੀ ਦੇ ਵਿੱਚ ਸਾਡੇ ਫੋਰਸਿਸ ਨੇ ਹਨਾ, ਮਿਲਟਰੀ ਹੈ ਕਿਸ ਟਾਈਮ ਕੌਣ ਪਰਫਾਰਮ ਕਰੇਗਾ, ਕਦੋਂ ਛੁੱਟੀ ਹੋਏਗੀ, ਕਿਵੇਂ ਹੋਏਗੀ। ਟੀਚਰ ਸਕੂਲ ਹੈ, ਸਕੂਲ ਦੇ ਵਿੱਚ ਆਪਣੀ ਮੈਨੇਜਮੈਂਟ ਹੁੰਦੀ, ਕਿਹੜਾ ਟੀਚਰ ਕਦੋਂ ਲੈਕਚਰ ਲਏਗਾ। ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਮੈਨੇਜਮੈਂਟ ਹੋਏਗੀ ਕਿ ਪ੍ਰੋਡਕਸ਼ਨ ਕਦੋਂ ਹੋ ਰਹੀ ਹੈ, ਅਸੀਂ ਪਰਚੇਸ ਕਦੋਂ ਕਰਨੀ ਹੈ, ਅਸੀਂ ਸੇਲ ਕਦੋਂ ਕਰਨੀ ਹੈ, ਕਿਸ ਸੀਜ਼ਨ ਦੇ ਵਿੱਚ ਕਿੰਨਾ ਅਸੀਂ ਕਿ ਪ੍ਰੋਡਿਊਸ ਕਰਨਾ ਹੈ। ਇਟ ਮੀਨਸ ਮੈਨੇਜਮੈਂਟ ਕੇ ਆਲ ਪਰਵੇਸਿਵ ਹੈ, ਹਰ ਜਗ੍ਹਾ ਤੇ ਹਰ ਲੈਵਲ ਤੇ ਕੀ ਹੋਏਗੀ ਪਰਫਾਰਮ ਹੋਏਗੀ। next is management is a multi-dimensional। multi-dimension means ਇਹਨੂੰ ਕਹਿੰਦੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਯੂਜ਼ ਕਰ ਸਕਦੇ ਹਾਂ। first thing is ਕਹਿੰਦੇ management of people, ਕਹਿੰਦੇ ਅਸੀਂ ਲੋਕਾਂ ਨੂੰ ਮੈਨੇਜ ਕਰਨਾ, ਇਨਫੋਰਮ ਕਰਨਾ ਆਪਦੇ ਵਰਕਰਸ ਨੂੰ ਕਿ ਤੁਸੀਂ ਕਿੱਦਾਂ ਕਿੱਦਾਂ ਕੰਮ ਪਰਫਾਰਮ ਕਰਨਾ। ਇੱਥੇ ਨਾ ਮੈਨੇਜਮੈਂਟ ਆਫ ਹਾਊਸ ਦੀ ਜਗ੍ਹਾ ਤੇ ਤੁਸੀਂ ਲਿਖ ਸਕਦੇ ਹੋਗੇ ਵੀ ਪ੍ਰੋਸੈਸ, ਮੈਨੇਜਮੈਂਟ ਐਜ਼ ਪ੍ਰੋਸੈਸ, ਜੋ ਅਸੀਂ ਪ੍ਰੋਸੈਸ ਕੀਤੀ ਹੈ। ਕਹਿੰਦੇ ਸਾਡੇ ਕੋਲ ਇੱਕ ਪ੍ਰੋਸੈਸ ਹੋ ਸਕਦੇ ਉਹੀ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲਿੰਗ। ਅਸੀਂ ਐਜ਼ ਆ ਕਹਿੰਦੇ ਕਿ ਮੈਨੇਜਮੈਂਟ ਨੂੰ ਇੱਕ ਪੀਪਲ ਲੈ ਕੇ ਚੱਲ ਸਕਦੇ ਹਾਂ ਕਿ ਮੈਨੇਜਮੈਂਟ ਅਸੀਂ ਕਰਨਾ ਲੋਕਾਂ ਨੂੰ ਮੈਨੇਜ ਕਰਨਾ, ਤੇ ਐਜ਼ ਮੈਨੇਜਮੈਂਟ ਆਫ ਆਪਰੇਸ਼ਨਸ ਮੀਨਸ ਜੋ ਅਸੀਂ ਕੰਮ ਕਰ ਰਹੇ ਹਾਂ ਆਰਗੇਨਾਈਜੇਸ਼ਨ ਨੂੰ ਮੈਨੇਜ ਕਰਨਾ, ਪੀਪਲ ਨੂੰ ਮੈਨੇਜ ਕਰਨਾ, ਤੇ ਜੋ ਅਸੀਂ ਵਰਕ ਹੈ ਸਾਡਾ ਮੇਨ ਟਾਸਕ ਹੈ ਉਸਨੂੰ ਕੀ ਕਰਨਾ ਮੈਨੇਜ ਕਰਨਾ। ਮੰਨ ਕੇ ਚਲੋ ਸਿਰਫ MST ਕੰਡਕਟ ਕਰਾਣਾ ਇੱਕ ਟਾਸਕ ਹੈ ਤਾਂ ਉਹ ਕੀ ਹੋਏਗਾ ਮੈਨੇਜਮੈਂਟ ਆਫ
ऑपरेशंस। नेक्स्ट क्या है, मैनेजमेंट इज अ कॉन्टिन्यूअस प्रोसेस। कॉन्टिन्यूअस प्रोसेस जो बार बार चलती रहेगी, रुकेगी नहीं। एग्जाम्पल, मैं एक स्टेप परफॉर्म किया स्टाफिंग, कहते पहली बार मैं नवा कॉलेज ओपन किया, मैं क्या 15 टीचर्स हायर कर ले, डजन मीन एक बार कर ले कि मैंने स्टाफिंग परफॉर्म करन दी लोड़, मे बी ਇਹਦੇ ਵਿੱਚ ਇੱਕ ਟੀਚਰ ਦੀ ਮੈਰਿਜ ਹੋ ਜਾਏ, ਕਿੰਨੇ ਰਹਿ ਗਏ 14, ਮੈਨੂੰ ਫਿਰ ਤੋਂ ਫਿਲ ਕਰਨਾ ਪਏਗਾ। ਮੇਰੇ ਕੋਲ ਨੰਬਰ ਆਫ ਸਟੂਡੈਂਟਸ ਕੀ ਹੈ, ਇਨਕਰੀਜ਼ ਹੋ ਗਏ ਨੇ। ਅਗਰ ਸਟੂਡੈਂਟ ਇਨਕਰੀਜ਼ ਹੋਏ ਨੇ, ਕਲਾਸਰੂਮ ਓਪਨ ਕਰਨੀ ਪਈ, ਕਲਾਸਿਸ ਹੋਰ ਓਪਨ ਹੋਈਆਂ ਤਾਂ ਮੈਨੂੰ ਨਵੇਂ ਟੀਚਰ 2 ਹਾਇਰ ਕਰਨੇ ਪਏ, ਉਸ ਤੋਂ 3 ਟੀਚਰਸ ਫੇਰ ਹਟ ਗਏ ਨੇ। ਕਹਿੰਦੇ ਬਾਰ-ਬਾਰ ਹਰ ਪ੍ਰੋਸੈਸ ਦੇ ਵਿੱਚ ਨਾ, ਕਹਿੰਦੇ ਜੋ ਮੈਨੇਜਮੈਂਟ ਉਹ ਕੀ ਹੈ, ਨੈਵਰ ਐਂਡਿੰਗ ਪ੍ਰੋਸੈਸ ਹੈ, ਬਾਰ-ਬਾਰ ਪਰਫਾਰਮ ਕਰਨੀ ਪਏਗੀ ਜਿਹੜੇ ਫੰਕਸ਼ਨ ਦੀ ਸਾਨੂੰ ਜ਼ਰੂਰਤ ਪਏਗੀ। ਅਗਰ ਪਲੈਨਿੰਗ ਕਰਨੀ ਪਏਗੀ, ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, डायरेक्टिंग, कोऑर्डिनेशन, हर फंक्शन के बार बार परफॉर्म करना पड़ेगा। नेक्स्ट थिंग इज मैनेजमेंट इज अ ग्रुप एक्टिविटी। अगेन मैनेज, क्योंकि ਅਸੀਂ ऑर्गेनाइजेशन पढ़ रहे हैं, ऑर्गेनाइजेशन ਚ ਇਕੱਲਾ पर्सन कदे सिंगल पर्सन काम नहीं कर सकता, ਸਾਨੂੰ ਕੀ ਹੈ ਮਲਟੀ ਪਰਸਨਸ ਦੀ ਲੋੜ ਪਏਗੀ। ਮਲਟੀ ਪਰਸਨਸ ਮੀਨਸ ਕਿ ਗਰੁੱਪ ਐਕਟੀਵਿਟੀ, ਕਹਿੰਦੇ ਸਿੰਗਲ ਪਰਸਨ ਕਦੇ ਵੀ ਗੋਲਸ ਅਚੀਵ ਨਹੀਂ ਕਰ ਸਕਦਾ, ਇਸ ਕਰਕੇ ਕਹਿੰਦੇ ਸਾਨੂੰ ਮਲਟੀ ਪਰਸਨਸ ਚਾਹੀਦੇ ਨੇ, ਗਰੁੱਪ ਚਾਹੀਦੇ ਨੇ, ਇਸ ਕਰਕੇ ਮੈਨੇਜਮੈਂਟ ਕੇ ਗਰੁੱਪ ओरिएंट ग्रुप एक्टिविटी है। नेक्स्ट है मैनेजमेंट इज एन इनटेंजिबल फोर्स। इनटेंजिबल फोर्स मीन्स जिसमें ਅਸੀਂ टच एंड सी नहीं कर सकते, सिर्फ ਅਸੀਂ ਕੀ फील कर सकते हैं। जिस ऑर्गेनाइजेशन ਚ मैनेजमेंट अच्छी ਹੋਏਗੀ, ਅਸੀਂ ਉਹਦਾ ਕੀ ਕਵਾਂਗੇ, ਕੰਮ ਵਰਕ ਅੱਛਾ ਪਰਫਾਰਮ ਹੋ ਰਿਹਾ, ਉਹਨੂੰ ਪ੍ਰੋਫਿਟਸ ਕੀ ਹੋ ਰਹੇ ਨੇ, ਜ਼ਿਆਦਾ ਹੋ ਰਹੇ ਨੇਗੇ, ਵੇਸਟੇਜ ਉਹਦੀ ਕੀ ਹੋ ਰਹੀ ਹੈ, ਘੱਟ ਹੋ ਰਹੀ ਹੈ। ਜਿਸ ਦੇ ਵਿੱਚ ਕੀ ਅਸੀਂ ਕਵਾਂਗੇ ਮੈਨੇਜਮੈਂਟ ਪੂਅਰ ਹੋਏਗੀ, ਉਹਦੇ ਪ੍ਰੋਫਿਟਸ ਘੱਟ ਹੋਣਗੇ, ਉਹਦੀ ਵੇਸਟੇਜ ਕੀ ਹੋਏਗੀ, ਜ਼ਿਆਦਾ ਹੋਏਗੀ। ਸਿਰਫ ਅਸੀਂ ਕੀ ਹੈ ਮਹਿਸੂਸ ਕਰ ਸਕਦੇ, ਟੱਚ ਸੀ ਨਹੀਂ ਕਰ ਸਕਦੇ। ਹੋਰ ਅਸੀਂ ਕਰੈਕਟਰਿਸਟਿਕਸ ਕੀ ਕਹਿ ਸਕਦੇ ਹਾਂ, ਸੋਸ਼ਲ ਪ੍ਰੋਸੈਸ ਹੈ। ਸੋਸ਼ਲ ਪ੍ਰੋਸੈਸ ਮਤਲਬ ਅਸੀਂ ਕਿ ਜੋ ਸਾਡੇ ਹਿਊਮਨਸ ਨੇ ਅਸੀਂ ਉਹਨਾਂ ਨੂੰ ਕੰਸੀਡਰ ਕਰਕੇ ਚੱਲਦੇ ਆਂਗੇ। ਉਹ ਜਿਵੇਂ ਇੱਥੇ ਅਸੀਂ ਆਲ ਪਰਵੇਸਿਵ ਕੀਤੇ, ਅਸੀਂ ਆਲ ਲੈਵਲਸ ਲਿਖ ਸਕਦੇ ਹਾਂ ਕਿ ਲੋਅਰ ਟੌਪ ਮੈਨੇਜਮੈਂਟ ਤੇ ਅਪਲਾਈ ਹੁੰਦਾ ਹੈ। ਹੋਰ ਅਸੀਂ ਇਹਦੇ ਵਿੱਚ ਪੁਆਇੰਟਸ ਲਿਖ ਸਕਦੇ ਹਾਂ, ਮੈਨੇਜਮੈਂਟ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਗੋਲ ਓਰੀਐਂਟਡ ਹੋ ਗਿਆ ਨਾ, ਗੋਲ ਓਰੀਐਂਟਡ। ਅੱਗੇ ਹੋਰ ਪੁਆਇੰਟਸ ਮੈਨੂੰ ਹਜੇ ਮਾਈਂਡ ਦੇ ਵਿੱਚ ਨਹੀਂ ਆ ਰਹੇ, ਪਰ ਮੈਂ 2-3 ਮਿੰਟ ਤੱਕ ਰਿਮਾਈਂਡ ਕਰਕੇ ਦੱਸਿਆ। ਨੈਕਸਟ ਇਜ਼ ऑब्जेक्टिव ऑफ मैनेजमेंट। ऑब्जेक्टिव ਸਾਡੇ ਕੋਲ ਮੇਨ 3 ऑब्जेक्टिव्स ਹੁੰਦੇ ਨੇ। फर्स्ट इज ऑर्गेनाइजेशनल ऑब्जेक्ट, सेकंड इज सोशल ऑब्जेक्ट एंड थर्ड इज द पर्सनल ऑब्जेक्ट। ऑर्गेनाइजेशन ऑब्जेक्ट ਕਿਹੜੇ ਹੁੰਦੇ ਨੇ, ਜੋ ਰਿਲੇਟਡ ਟੂ ਆਰਗੇਨਾਈਜੇਸ਼ਨ ਹੁੰਦੇ ਨੇ, ਮਤਲਬ ਜੋ ਸਾਡਾ ਓਨਰ ਹੈ ਉਸ ਦੇ ਕੀ ਆਬਜੈਕਟਸ ਨੇ। ਮੇਬੀ ਉਹ ਸਰਵਾਈਵਲ ਕਹਿ ਸਕਦਾ, ਅਗਰ ਉਹ ਨਵੀਂ ਆਰਗੇਨਾਈਜੇਸ਼ਨ ਹੋਏਗੀ, ਉਹਦਾ ਮੇਨ ਕੰਮ ਹੀ ਕੀ ਹੋਏਗਾ ਕਿ ਉਹ ਆਪਣੀ ਆਰਗੇਨਾਈਜੇਸ਼ਨ ਨੂੰ ਕੀ ਕਰੇ, ਸਰਵਾਈਵ ਕਰੇ, ਕਿਹਦੇ ਵਿੱਚ, ਕੰਪੀਟੀਸ਼ਨ ਤੋਂ। ਜਾਂ ਉਹਦਾ ਕੀ ਹੋ ਸਕਦਾ, ਉਹਨੂੰ ਪ੍ਰੋਫਿਟਸ ਕੀ ਹੋਣ, ਮੈਕਸਿਮਾਈਜ਼ ਹੋਣ। ਜੋ ਕੀ ਕਹਿ ਸਕਦੇ ਮੇਰੀ ਗਰੋਥ ਹੋਵੇ, ਮੇਰੇ ਕੋਲ ਕਿ ਐਕਸਪੈਂਸ਼ਨ ਹੋਵੇ। ਮੈਂ ਅਗਰ ਇੱਕ ਫੈਕਟਰੀ ਓਪਨ ਕੀਤੀ ਹੈ ਤਾਂ ਹੁਣ ਮੇਰੇ ਕੋਲ ਕਹਿੰਦੇ ਕਿ ਨੈਕਸਟ ਟਾਈਮ ਮੈਨੂੰ ਇੰਨੇ ਪ੍ਰੋਫਿਟਸ ਹੋਣ, ਮੇਰੇ 2 ਫੈਕਟਰੀਜ਼ ਓਪਨ ਹੋ ਜਾਣ, ਮੇਰੀਆਂ ਫਿਰ 3 ਫੈਕਟਰੀਜ਼ ਓਪਨ ਹੋ ਜਾਣ। ਇਸ ਤੋਂ ਇਲਾਵਾ ਕੀ ਅਸੀਂ ਕਰ ਸਕਦੇ ਹਾਂਗੇ, ਸਾਡੇ ਕੋਲ ਸੋਸ਼ਲ ਵੈਲਫੇਅਰ ਕਰ ਸਕਦੇ ਹਾਂਗੇ। ਵੈਸੇ ਸੋਸ਼ਲ ਆਬਜੈਕਟਿਵ ਦੇ ਵਿੱਚ ਵੀ ਆ ਸਕਦਾ ਹੈ, ਪਰ ਇਹਦੇ ਵਿੱਚ ਸਾਡੇ ਆਰਗੇਨਾਈਜੇਸ਼ਨ ਦਾ ਵੀ ਇਹ ਪਰਪਸ ਹੋ ਸਕਦਾ ਹੈ ਕਿ ਅਸੀਂ ਸੋਸ਼ਲ ਵੈਲਫੇਅਰ ਕਰੀਏ। ਉਸ ਤੋਂ ਅਸੀਂ ਕੀ ਕਹਿ ਸਕਦੇ ਹਾਂ, ਮਾਰਕੀਟ ਸ਼ੇਅਰ ਕਹਿ ਸਕਦੇ ਹਾਂ ਕਿ ਅਸੀਂ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ ਕੀ ਕਰੀਏ, ਗ੍ਰੈਬ ਕਰੀਏ। ਸੋਸ਼ਲ ਆਬਜੈਕਟਿਵ ਦੇ ਵਿੱਚ ਕੀ ਹੁੰਦਾ ਕਿ ਅਸੀਂ ਸੁਸਾਇਟੀ ਦੇ ਰਿਗਾਰਡਿੰਗ ਕੀ ਸੋਚ ਰਹੇ ਹਾਂਗੇ, ਜੋ ਸਾਡੀ ਸੁਸਾਇਟੀ ਹੈ, ਅਸੀਂ ਦੇਖੋ ਸੁਸਾਇਟੀ ਦੇ ਵਿੱਚ ਕਿਵੇਂ ਕਿਵੇਂ ਹੈਲਪ ਕਰ ਸਕਦੇ ਹਾਂ। ਅਗਰ ਅਸੀਂ ਆਰਗੇਨਾਈਜੇਸ਼ਨ ਓਪਨ ਕਰਾਂਗੇ, ਅਸੀਂ ਇੰਪਲੋਇਮੈਂਟ ਦੇ ਸਕਦੇ ਹਾਂ। ਅਗਰ ਇੰਪਲੋਇਮੈਂਟ ਦੇ ਰਹੇ ਹਾਂ ਤੇ ਨਾਲ ਨਾਲ ਅਸੀਂ ਕੀ ਕਰ ਸਕਦੇ, ਹੋਰ ਸੋਸ਼ਲ ਵੈਲਫੇਅਰਸ ਲਾਈਕ ਅਸੀਂ ਕੁਝ ਵੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ। ਐਜੂਕੇਸ਼ਨ ਦੇ ਨਾਲ ਨਾਲ ਅਸੀਂ ਕੀ ਹੋ ਸਕਦਾ ਹੈ, ਕੋਈ ਵੀ ਪਾਰਕ ਹੋ ਸਕਦਾ ਹੈ ਬਣਾ ਰਹੇ ਹਾਂ, ਮਤਲਬ ਇਨਫਰਾਸਟ੍ਰਕਚਰ ਮੇਨ ਪੁਆਇੰਟ ਲਿਖ ਸਕਦੇ ਹਾਂ ਵੀ ਅਸੀਂ ਇਨਫਰਾਸਟ੍ਰਕਚਰ ਤੇ ਫੋਕਸ ਕਰਕੇ ਚੱਲ ਸਕਦੇ ਹਾਂ। ਪਰਸਨਲ ਆਬਜੈਕਟ ਹੁੰਦੇ ਨੇ ਇੰਪਲੋਈਜ਼ ਦੇ ਰਿਗਾਰਡਿੰਗ, ਕਿ ਇੰਪਲੋਈਜ਼ ਦੇ ਆਪਣੇ ਖੁਦ ਦੇ ਕੀ ਆਬਜੈਕਟ ਹੁੰਦੇ ਨੇਗੇ। ਉਹ ਕੀ ਕਹਿੰਦੇ ਨੇ, ਸਾਨੂੰ ਅੱਛੀ ਸੈਲਰੀ ਮਿਲੇ, ਪ੍ਰਮੋਸ਼ਨ ਮਿਲੇ, ਸਾਡੀ ਰਿਕੋਗਨਾਈਜੇਸ਼ਨ ਦੇ ਮਤਲਬ ਉਹਨਾਂ ਨੂੰ ਖੁਦ ਦਾ ਇੱਕ ਸਟੇਟਸ ਮਿਲੇ। ਜਿਵੇਂ ਐਚਓਡੀ ਹੈ, ਪ੍ਰਿੰਸੀਪਲ ਹੈ, ਆਪਣੇ ਆਪ ਦੇ ਵਿੱਚ ਇੱਕ ਸਟੇਟਸ ਨੇ, ਉਹਨਾਂ ਨੂੰ ਵਰਕਿੰਗ ਕੰਡੀਸ਼ਨਸ ਅੱਛੇ ਮਿਲਣ, ਤਾਂ ਇਹ ਕੀ ਹੁੰਦੇ ਨੇ ਸਾਡੇ ਪਰਸਨਲ ਆਬਜੈਕਟਸ। ਮੈਨੇਜਮੈਂਟ ਇੰਪੋਰਟੈਂਟ ਕਿਉਂ ਹੈ, ਵੈਸੇ ਪੂਰੀ ਮੈਨੇਜਮੈਂਟ ਦੇ ਵਿੱਚ ਸਾਰੇ ਪੁਆਇੰਟਸ ਨਾ ਸੇਮ ਆਣਗੇ, ਚਾਹੇ ਪਲੈਨਿੰਗ, ਆਰਗੇਨਾਈਜੇਸ਼ਨ, ਸਟਾਫਿੰਗ, ਵਰਕਿੰਗ, ਕਿਤੇ ਵੀ ਕੁਝ ਵੀ ਕਰ ਰਹੇ ਹਾਂ, ਸਾਨੂੰ ਹੈਲਪ ਕਿਹਦੇ ਵਿੱਚ ਕਰੇਗਾ। ਦੇਖੋ ਪ੍ਰੋਫਿਟ ਪਹਿਲਾਂ ਬੇਸਿਕ ਲਿਖਣੀ ਹੈ, ਪ੍ਰੋਫਿਟ ਮੈਕਸਿਮਾਈਜ਼ ਹੋ ਜਾਣਗੇ, ਵੇਸਟੇਜ ਕੀ ਹੋ ਜਾਏਗੀ, ਸਾਡੀ ਘੱਟ ਹੋ ਜਾਏਗੀ, ਸਾਡੀ ਕੀ ਐਫੀਸ਼ੀਐਂਸੀ ਐਂਡ ਇਫੈਕਟਿਵਨੈਸ।
ਅੰਜਲੀ ਆਪਾਂ ਇੰਪੋਰਟੈਂਸ ਹੈ ਫੀਚਰਸ ਆਬਜੈਕਟਿਵ ਸੇਮ ਹੀ ਆ ਜਾਣਗੇ ਹਨਾ, ਮਤਲਬ ਬਿਲਕੁਲ ਕੋਈ ਸੇਮ। ਡਿਫਰੈਂਟ ਤਾਂ ਨਹੀਂ ਹੋਏਗਾ ਨਾ। ਹਾਂਜੀ ਬਿਲਕੁਲ ਸੇਮ ਆ ਰਹੇ ਨੇ, ਕਿਸੇ ਟਾਈਮ ਕਹਿ ਰਹੀ ਨਾ ਫੁੱਲ ਮੈਨੇਜਮੈਂਟ ਦੀ ਜਿਹੜੀ ਸਾਨੂੰ ਇਸ ਵਾਰ ਸਾਡਾ ਸਿਲੇਬਸ ਰਹਿ ਗਿਆ ਨਾ, ਪਲੈਨਿੰਗ ਆਰਗੇਨਾਈਜ਼ਿੰਗ ਸਟਾਫਿੰਗ ਐਗਜ਼ੈਕਟਲੀ ਸੇਮ ਨੇ। ਇਸ ਲਈ ਤਾਂ ਸਾਨੂੰ ਮੈਨੇਜਮੈਂਟ ਈਜ਼ੀ ਲੱਗਦਾ, ਅਸੀਂ ਅਗਰ ਫਰਸਟ ਚੈਪਟਰ ਜਾਂ ਇਨੀਸ਼ੀਅਲ ਚੈਪਟਰਸ ਈਜ਼ੀਲੀ ਕਰ ਲੈਣੇ, ਸੇਮ ਆਉਂਦਾ। ਉਸ ਤੋਂ ਦੇਖੋ ਇਹਦੇ ਵਿੱਚ ਅਸੀਂ ਇੰਪੋਰਟੈਂਸ ਦੇ ਵਿੱਚ ਕੀ ਲਿਖ ਸਕਦੇ ਹਾਂਗੇ, ਕੋਆਰਡੀਨੇਸ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਕੋਆਰਡੀਨੇਸ਼ਨ। ਇਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ ਕੋਆਪਰੇਸ਼ਨ। ਇਸ ਤੋਂ ਬਾਅਦ ਅਸੀਂ ਕੀ ਲਿਖ ਸਕਦੇ ਹਾਂ, ਜਿਵੇਂ ਹੁਣ ਇਹਦੇ ਵਿੱਚ ਉਹੀ ਉਹਨਾਂ ਨੇ ਲਿਖੇ ਨੇ ਵੀ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਡਾ, ਜੋ ਅਸੀਂ ਕਿ ਹਰ ਵਾਰ ਲਿਖਾਂਗੇ ਪਲੈਨਿੰਗ ਗੋਲ ਦੇ ਵਿੱਚ ਹੈਲਪ ਕਰਦਾ, ਆਰਗੇਨਾਈਜ਼ਿੰਗ ਗੋਲ ਦੇ ਵਿੱਚ ਹੈਲਪ ਕਰਦਾ, ਡਾਇਨਾਮਿਕ ਆਰਗੇਨਾਈਜੇਸ਼ਨ ਦੇ ਵਿੱਚ ਹੈਲਪ ਕਰਦਾ, ਕਿਉਂਕਿ ਸਾਡੀ ਆਰਗੇਨਾਈਜੇਸ਼ਨ ਦਾ ਜੋ এনवायरमेंट ਹੈ ਉਹ ਡਾਇਨਾਮਿਕ ਮਤਲਬ ਬਾਰ-ਬਾਰ ਚੇਂजेस ਹੁੰਦੇ ਰਹਿੰਦੇ ਨੇ, ਜੋ ਚੇਂਜ ਹੁੰਦੇ ਨੇ ਉਹਦੇ ਵਿੱਚ ਮੈਨੇਜਮੈਂਟ ਕੀ ਕਰਦਾ, ਹੈਲਪ ਕਰਦਾ। ਉਹ ਦੇਖੋ ਐਫੀਸ਼ੀਐਂਸੀ ਅਗੇਨ ਪੁਆਇੰਟ ਹੈਗਾ, ਅਸੀਂ ਜੋ ਸਾਡੇ EMPLOYEES ਨੇ ਉਹ ਪਰਸਨਲ ਆਬਜੈਕਟ ਕੀ ਆਪਣੇ ਅਚੀਵ ਕਰ ਸਕਦੇ ਨੇ, ਅਸੀਂ ਸੁਸਾਇਟੀ ਦੇ ਵੈਲਫੇਅਰਸ ਕਰ ਸਕਦੇ ਹੈਗੇ, ਤਾਂ ਇੰਪੋਰਟੈਂਸ ਤੁਸੀਂ ਕਿੰਨੇ ਮਰਜ਼ੀ ਲਿਖ ਸਕਦੇ ਹੋ। ਦੇਖੋ ਇਹੀ 6-7 ਜਿਹੜੇ ਇੰਪੋਰਟੈਂਸ ਨੇ ਬਾਰ-ਬਾਰ ਸਾਡੇ ਕੇ ਰਿਪੀਟ ਹੋਣਗੇ, ਤਾਂ ਤੁਸੀਂ ਧਿਆਨ ਨਾਲ ਸਿਲੈਕਟ ਕਰਿਓ ਕਿ ਅਸੀਂ ਕਿਹੜੇ ਰਿਪੀਟ ਕਰਨੇ। ਦੇਖੋ ਅਗਰ ਅਸੀਂ ਸਾਨੂੰ ਕੁਐਸਚਨਸ ਆਏ ਨੇ ਪਹਿਲਾਂ ਪਲੈਨਿੰਗ ਦੇ ਇੰਪੋਰਟੈਂਸ ਆ ਗਏ, ਫਿਰ ਆਰਗੇਨਾਈਜ਼ਿੰਗ ਦੇ ਆ ਗਏ, ਕਦੇ ਵੀ ਜ਼ਿਆਦਾ ਸੇਮ ਨਾ ਲਿਖੋ, ਥੋੜਾ ਚੇਂਜ ਕਰਕੇ ਲਿਖੋ, ਨਹੀਂ ਤਾਂ ਟੀਚਰ ਕੀ ਹੈ ਤੁਹਾਨੂੰ ਸਹੀ ਕਰੇਗਾ ਪਰ ਆਊਟ ਆਫ 7.5 ਦੇ ਵਿੱਚੋਂ ਐਸ ਮੈਨੇਜਮੈਂਟ ਦੇ ਸਬਜੈਕਟ ਤੁਹਾਨੂੰ ਕਿੰਨਾ ਦੇਗਾ, ਸਿਰਫ 6 ਦੇਗਾ। ਅਗਰ ਤੁਸੀਂ ਫੇਰ ਸੇਮ ਲਿਖੋਗੇ 5 ਮਾਰਕਸ ਦੇਗਾ। ਅਗਰ ਤੁਸੀਂ ਦੋਨੋਂ ਟਾਈਮ ਅਲੱਗ ਦੇ ਰਹੇ ਹੋ ਤਾਂ ਤੁਹਾਨੂੰ ਕਿ 6.5 6.5 ਦੋਨੋਂ ਸਮਸ ਦੇ ਮਤਲਬ ਜੋ ਆਣਗੇ ਸਾਨੂੰ ਕਿ ਆਨਸਰਸ ਦੇ ਵਿੱਚੋਂ ਮਿਲ ਸਕਦੇ ਨੇ। ਨੈਕਸਟ ਟੌਪਿਕ ਇਜ਼ ਮੈਨੇਜਮੈਂਟ ਐਜ਼ ਆਰਟ ਐਂਡ ਸਾਇੰਸ। ਪਹਿਲਾਂ ਮੈਂ ਨੀਚੇ ਨਾ ਇਹਦੇ ਡਾਇਗਰਾਮ ਦੇ ਵਿੱਚੋਂ ਕਰਵਾਨੀ, ਉੱਥੇ ਹੈਲਪ ਹੋ ਜਾਏਗੀ। ਅੱਗੇ ਬੜੀ ਕਰਨ ਡਾਇਗਰਾਮ ਹੈ ਨਾ, ਸਕਰੀਨ ਛੋਟੀ ਹੋਏਗੀ। ਐਜ਼ ਅ ਆਰਟ ਮਤਲਬ ਕੀ ਹੁੰਦਾ, ਸਿੰਪਲ ਦੇਖੋ ਆਰਟ ਦਾ ਮੀਨਿੰਗ ਰੀਅਲ ਲਾਈਫ ਦੇ ਵਿੱਚ ਵੀ ਕੀ ਹੁੰਦਾ, ਕਲਾ। ਕਹਿੰਦੇ ਜੋ ਆਰਟ ਹੈ ਨਾ, ਅਸੀਂ ਮੰਨ ਕੇ ਚਲੋ ਇੱਕ ਕੋਈ ਪੇਂਟਰ ਹੈ ਕਿ ਉਹਦੇ ਫਰਸਟ ਟਾਈਮ ਸਭ ਤੋਂ ਅੱਛੀ ਪੇਂਟਿੰਗ ਬਣੇਗੀ, ਨਹੀਂ ਬਣੇਗੀ। ਕਹਿੰਦੇ ਜਿੰਨਾ ਸਾਨੂੰ ਐਕਸਪੀਰੀਅੰਸ ਹੋਏਗਾ, ਕਹਿੰਦੇ ਓਨੀ ਹੀ ਸਾਡੀ ਆਰਟ ਕੀ ਹੋਏਗੀ, ਵਧੀਆ ਹੋਏਗੀ। ਸੇਮ ਚੀਜ਼ ਕਹਿੰਦੇ ਮੈਨੇਜਮੈਂਟ ਦੇ ਵਿੱਚ ਹੈ, ਕਹਿੰਦੇ ਮੈਨੇਜਮੈਂਟ ਦੇ ਵਿੱਚ ਕੀ ਹੈ, ਜਿੰਨੇ ਟਾਈਮ ਤੋਂ ਕੋਈ ਪਰਸਨ ਮੈਨੇਜ ਕਰੇਗਾ ਓਨਾ ਹੀ ਉਹਦਾ ਐਕਸਪੀਰੀਅੰਸ ਕੀ ਹੋਏਗਾ, ਜਾਵੇਗਾ। ਜਸਟ ਲਾਈਕ ਮੈਂ ਆਪਣੀ ਪਰਸਨਲ ਐਗਜ਼ਾਮਪਲ ਲਵਾਂ, ਅਗਰ ਮੈਂ ਇੱਕ ਟੀਚਰ ਹਾਂ ਤਾਂ ਟੀਚਰ ਦੇ ਵਿੱਚ ਵੀ ਕੀ ਹੈ, ਜੋ ਸਾਡੇ ਕੋਲ ਫਰੈਸ਼ਰ ਟੀਚਰਸ ਹੁੰਦੇ ਨੇਗੇ ਉਹ ਕੀ ਕਰਦੇ ਨੇਗੇ, ਉਹਨਾਂ ਤੋਂ ਇੰਨੀ ਅੱਛੇ ਤਰੀਕੇ ਨਾਲ ਕਿ ਕਲਾਸ ਹੈਂਡਲ ਨਹੀਂ ਹੁੰਦੀ ਜਿੰਨੇ ਸਾਡੇ ਕੋਲ ਕਿ ਇੱਕ ਐਕਸਪੀਰੀਅੰਸ ਟੀਚਰ ਤੋਂ ਹੋਏਗੀ। ਤਾਂ ਕਹਿੰਦੇ ਜੋ ਆਰਟ ਹੈ ਸਾਨੂੰ ਕਿ ਐਕਸਪੀਰੀਅੰਸ ਨਾਲ ਆਉਂਦੀ ਹੈ। ਦੇਖੋ ਪਹਿਲੀ ਚੀਜ਼ ਕੀ ਹੈ, ਪ੍ਰੈਕਟੀਕਲ ਨੌਲੇਜ ਹੈ, ਅਸੀਂ ਅਪਲਾਈ ਕਰਕੇ ਦੇਖਦੇ ਹਾਂ ਕਿ ਇਹ ਚੀਜ਼ ਅਪਲਾਈ ਹੋ ਸਕਦੀ ਹੈ। ਪਰਸਨਲ ਸਕਿੱਲਸ ਨੇ, ਕਿਸੇ ਦੇ ਟੀਚਿੰਗ ਸਕਿੱਲਸ ਅੱਛੇ ਹੋਣਗੇ, ਕਿਸੇ ਦੇ ਬੁਰੇ ਹੋਣਗੇ, ਕੋਈ ਅੱਛਾ ਹੈਂਡਲ ਕਰ ਸਕਦਾ ਕਰਾਊਡ ਨੂੰ, ਕੋਈ ਨਹੀਂ ਹੈਂਡਲ ਕਰ ਸਕਦਾ, ਤਾਂ ਪਰਸਨਲ ਡਿਪੈਂਡ ਕਰਦਾ। ਕ੍ਰੀਏਟੀਵਿਟੀ, ਤੁਸੀਂ ਕ੍ਰੀਏਟੀਵਿਟੀ ਕਿਵੇਂ ਕਰ ਰਹੇ ਹੋ, ਟੀਚਿੰਗ ਦੇ ਵਿੱਚ ਕ੍ਰੀਏਟੀਵਿਟੀ ਕਿਵੇਂ ਕਰ ਰਹੇ ਹੋ, ਸਟੂਡੈਂਟਸ ਨੂੰ ਜਿਵੇਂ ਐਜ਼ ਅ ਟੀਚਰ ਅਸੀਂ ਕਿਵੇਂ ਡੀਲ ਕਰ ਰਹੇ ਹਾਂ, ਕੁਝ ਕੀ ਕਹਿਣਗੇ ਸਵੀਟਲੀ ਪਿਆਰ ਨਾਲ ਤੁਹਾਨੂੰ ਕੀ ਅੰਡਰਸਟੈਂਡ ਕਰਨਗੇ, ਕੁਝ ਤੁਹਾਨੂੰ ਰੂਡ ਬੋਲਣਗੇ, ਕੁਝ ਤੁਹਾਨੂੰ ਕੀ ਪਨਿਸ਼ਮੈਂਟਸ ਦੇਣਗੇ। ਤਾਂ ਡਿਪੈਂਡ ਕਰਦਾ ਹੈ ਵੀ ਤੁਸੀਂ ਉਹ ਮਤਲਬ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆਪਣੇ ਵਰਕਰਸ ਤੋਂ ਕਿੱਦਾਂ ਕੰਮ ਕਰਵਾ ਰਹੇ ਹੋ। ਪਰਫੈਕਸ਼ਨ ਥਰੂ ਪ੍ਰੈਕਟਿਸ, ਉਹੀ ਕਹਿੰਦੇ ਜਿੰਨਾ ਤੁਹਾਡੇ ਕੋਲ ਜ਼ਿਆਦਾ ਐਕਸਪੀਰੀਅੰਸ ਹੋਏਗਾ, ਜ਼ਿਆਦਾ ਨੰਬਰ ਆਫ ਈਅਰ ਹੋਣਗੇ ਤੁਹਾਡੇ ਕੋਲ, ਕਹਿੰਦੇ ਕੀ ਹੈ ਓਨਾ ਹੀ ਤੁਸੀਂ ਅੱਛੇ ਤਰੀਕੇ ਨਾਲ ਆਪਣੀ ਮੈਨੇਜਮੈਂਟ ਨੂੰ ਕੀ ਪਰਫਾਰਮ ਕਰ ਸਕਦੇ ਹੋ। ਗੋਲ ਓਰੀਐਂਟਡ ਕੁਛ ਨਾ ਕੁਛ ਡਿਸਾਈਡ ਕਰਕੇ ਹੀ ਤੁਹਾਨੂੰ ਕੀ ਹੈ ਆਪਣੇ ਜੋ ਮੈਨੇਜਮੈਂਟ ਹੈ ਉਹਨੂੰ ਕਹਿੰਦੇ ਕਿ ਪਰਫਾਰਮ ਕਰੋਗੇ, ਤੁਹਾਨੂੰ ਪਤਾ ਹੋਏਗਾ ਕਿ ਅਸੀਂ ਲਾਸਟ ਤੇ ਕੀ ਅਚੀਵ ਕਰਨਾ ਚਾਹੁੰਦੇ ਹਾਂ। ਤਾਂ ਕਹਿੰਦੇ ਇਸ ਕਰਕੇ ਅਸੀਂ ਕਹਿ ਸਕਦੇ ਜੋ ਸਾਡੀ ਮੈਨੇਜਮੈਂਟ ਹੈ ਉਹਨੂੰ ਅਸੀਂ ਐਜ਼ ਅ ਆਰਟ ਕਹਿ ਸਕਦੇ, ਕਿਉਂਕਿ ਇਹੀ ਸਾਰੇ ਫੀਚਰਸ ਕੀ ਹੈ ਸਾਡੇ ਕਿਹਦੇ ਅਪਲਾਈ ਹੁੰਦੇ ਨੇ, ਰੀਅਲ ਲਾਈਫ ਆਰਟ ਦੇ ਵਿੱਚ, ਤੇ ਸੇਮ ਅਪਲਾਈ ਹੋ ਰਹੇ ਨੇ ਕਿਤੇ ਸਾਡੇ ਮੈਨੇਜਮੈਂਟ ਦੇ ਵਿੱਚ। ਮੈਨੇਜਮੈਂਟ ਇਜ਼ ਅ ਸਾਇੰਸ, ਕਹਿੰਦੇ ਕਿ ਮੈਨੇਜਮੈਂਟ ਸਾਇੰਸ ਹੋ ਸਕਦੀ ਹੈ, ਪਰ ਅਸੀਂ ਇਹਨੂੰ ਪਿਓਰ ਸਾਇੰਸ ਨਹੀਂ ਕਹਿੰਦੇ ਜੋ ਅਸੀਂ 10th ਤੱਕ ਪੜ੍ਹਦੇ। ਅਸੀਂ ਇਹਨੂੰ ਕਿਹੜੀ ਸਾਇੰਸ ਕਹਿੰਦੇ ਹਾਂ, ਸੋਸ਼ਲ ਸਾਇੰਸ। ਸੋਸ਼ਲ ਸਾਇੰਸ ਮਤਲਬ ਕੀ ਹੈ ਕਿ ਜਿਹੜੀ ਕਿ ਵੈਸੇ ਐਪਲੀਕੇਬਲ ਹੁੰਦੇ, ਕੰਸੈਪਟ ਮੀਨਸ ਕਿ ਜੋ ਕਿ ਇੱਕ ਥਿਊਰੀ ਬੇਸਿਸ ਜੋ ਅਸੀਂ ਪੜ੍ਹਦੇ ਹਾਂ ਨੌਲੇਜ ਪੁਆਇੰਟ ਆਫ ਵਿਊ, ਕਹਿੰਦੇ ਕੀ ਹੈ ਅਸੀਂ ਕੀ ਹੈ ਮੈਨੇਜਮੈਂਟ ਨੂੰ ਅਪਲਾਈ ਕਰਦੇ। ਐਗਜ਼ਾਮਪਲ ਹੁਣ ਅਸੀਂ ਵੀ ਐਜ਼ ਅ ਸਟੂਡੈਂਟ ਮੈਨੇਜਮੈਂਟ ਦੇ ਵਿੱਚ ਮੈਨੇਜਮੈਂਟ ਪੜ੍ਹ ਰਹੇ ਹਾਂ, ਕਹਿੰਦੇ ਕੰਸੈਪਟ ਤੋਂ ਬਿਲਡ ਹੋਈ ਹੈ ਮੈਨੇਜਮੈਂਟ, ਜਿਵੇਂ ਇੱਕ ਸਾਇੰਸ ਕੇ ਬਿਲਡ ਹੁੰਦਾ। ਲਾਈਕ ਜਿਵੇਂ ਸਾਡੇ ਕੋਲ ਸਾਇੰਸ ਦੇ ਵਿੱਚ ਰੂਲ ਹੁੰਦੇ ਸੀਗੇ ਫੋਰਸਿਸ ਵਾਲੇ, ਕੈਮੀਕਲ ਰੂਲਸ ਹੁੰਦੇ ਸੀ ਵੀ ਇਹ ਕੈਮੀਕਲ ਬੌਂਡਸ ਏਦਾਂ ਬਣਦੇ ਨੇ, ਇਸ ਤਰੀਕੇ ਨਾਲ ਬਣਦੇ ਹੈ। ਸਾਡੇ ਕੋਲ ਜਿਵੇਂ ਗ੍ਰੈਵਿਟੀ ਦੇ ਫਾਰਮੂਲਾਜ਼ ਹੁੰਦੇ ਸੀ, ਫੋਰਸ ਵਾਲੇ ਪੁਸ਼ ਪੁਲ ਹੁੰਦੇ ਸੀਗੇ, ਉਸ ਤਰੀਕੇ ਨਾਲ ਕਹਿੰਦੇ ਕੰਸੈਪਟ ਤੋਂ ਹੀ ਬਿਲਡ ਹੁੰਦੀ ਹੈ ਮੈਨੇਜਮੈਂਟ ਵੀ। ਕਹਿੰਦੇ ਸਹੀ ਗੱਲ ਹੈ, ਕੰਸੈਪਟ ਤੋਂ ਬਿਲਡ ਹੋਈ। ਨੈਕਸਟ ਇਜ਼ ਜਿਵੇਂ ਪਿਓਰ ਸਾਇੰਸ ਦੇ ਵਿੱਚ ਜੋ 10th ਤੱਕ ਸਾਇੰਸ ਪੜ੍ਹਦੇ ਸੀ, ਕਹਿੰਦੇ ਉਹਦੇ ਵਿੱਚ ਮੈਥਡਸ ਤੇ ਪ੍ਰਿੰਸੀਪਲਸ ਹੁੰਦੇ ਸੀ, ਸੇਮ ਪ੍ਰਿੰਸੀਪਲਸ। ਮਤਲਬ ਜੋ ਸਾਡੀ ਮੈਨੇਜਮੈਂਟ ਹੈ ਇਹ ਸਿਰਫ 1 ਡੇ ਦੇ ਵਿੱਚ ਡਿਵੈਲਪ ਨਹੀਂ ਹੋਈ ਜਾਂ 1 ਈਅਰ ਦੇ ਵਿੱਚ, ਕਹਿੰਦੇ ਇਹਦੇ ਵਿੱਚ ਵੀ ਸਾਨੂੰ ਮਲਟੀ ਈਅਰਸ ਲੱਗੇ ਨੇ। ਜਿਵੇਂ ਹੈਨਰੀ ਫਿਊਲ ਹੈ, ਉਹ ਖੁਦ ਕੀ ਹੁੰਦਾ ਸੀ, ਇੱਕ ਵਰਕਰ ਹੁੰਦਾ ਸੀ ਇੱਕ ਇੰਡਸਟਰੀ ਦੇ ਵਿੱਚ, ਉਹ ਵਰਕ ਕਰਦੇ ਨਾ, ਉਹਨੇ ਕੀ ਹੈ ਵਰਕ
ਕਲਾਸ ਦੇ ਵਿੱਚ ਦੇਖਿਆ ਵਰਕਰਸ ਦੇ ਵਿੱਚ ਕਿ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਕੀ ਕਮੀਆਂ ਨੇ, ਅਸੀਂ ਕਿਵੇਂ ਕਿਵੇਂ ਆਰਗੇਨਾਈਜੇਸ਼ਨ ਦੇ ਵਿੱਚ ਇੰਪਰੂਵ ਕਰ ਰਹੇ ਹਾਂ। ਤਾਂ ਉਹਨੇ ਮਲਟੀ ਇਅਰਸ ਮਤਲਬ ਬਹੁਤ ਜ਼ਿਆਦਾ ਸਾਲ ਕੇ ਅਬਜ਼ਰਵ ਕੀਤਾ ਕਿਨੂੰ, ਆਪਣੀ ਆਰਗੇਨਾਈਜੇਸ਼ਨ ਨੂੰ। ਫਿਰ ਉਸਨੇ ਕੀ ਆਪਣੇ 14 ਪ੍ਰਿੰਸੀਪਲਸ ਨੂੰ ਕੀ ਕੀਤਾ ਸੀਗਾ, ਇਨਵੈਂਟ ਕੀਤਾ ਸੀ। ਕਹਿੰਦੇ ਇਸ ਤਰੀਕੇ ਨਾਲ ਜੋ ਅਸੀਂ ਮੈਨੇਜਮੈਂਟ ਪੜ੍ਹ ਰਹੇ ਹਾਂ ਉਹਦੇ ਵਿੱਚ ਵੀ ਜੋ ਪ੍ਰਿੰਸੀਪਲਸ ਜਾਂ ਮੈਥਡਸ ਕੀ ਹੁੰਦੇ ਨੇ, ਅਪਲਾਈ ਹੁੰਦੇ ਨੇ, ਜੋ ਸਾਡੇ ਕੋਲ ਕੀ ਹੈ ਨੰਬਰ ਆਫ ਈਅਰਸ ਦਾ ਰਿਜ਼ਲਟ ਹੈ, ਨਾ ਕਿ ਸਿਰਫ ਕੀ ਹੈ ਵੀ 2-4 ਸਾਲਾਂ ਦੇ ਰਿਜ਼ਲਟਸ ਨੇ। ਮਤਲਬ ਅਸੀਂ ਕਿ ਐਕਸਪੀਰੀਅੰਸ ਬੇਸਿਸ ਤੇ, ਆਬਜ਼ਰਵੇਸ਼ਨ ਬੇਸਿਸ ਤੇ ਹੀ ਕੀ ਹੈ ਮੈਨੇਜਮੈਂਟ ਨੂੰ ਅਪਲਾਈ ਕਰ ਰਿਹਾ। ਥਿਊਰੀਜ਼ ਕਹਿੰਦੇ ਕਿ ਮੈਨੇਜਮੈਂਟ ਵੀ ਅਗੇਨ ਟਾਈਮਲੀ ਡਿਵੈਲਪ ਹੋਈ ਹੈ, ਇੱਕ ਦਿਨ ਦੇ ਵਿੱਚ ਨਹੀਂ ਡਿਵੈਲਪ ਹੋਈ। ਮਲਟੀ ਥਿਊਰੀਜ਼ ਨੇ, ਕੋਈ ਥਿਊਰੀ ਕਹਿੰਦੇ ਹਿਊਮਨ ਰਿਲੇਸ਼ਨ ਤੇ ਫੋਕਸ ਕਰੋ, ਕੋਈ ਕਹਿੰਦੇ ਨਹੀਂ ਕਰੋ, ਕੋਈ ਕਹਿੰਦੇ ਮੋਟੀਵੇਸ਼ਨ ਦੀਆਂ ਥਿਊਰੀਜ਼ ਨੇ, ਲੀਡਰਸ਼ਿਪ ਦੀਆਂ ਥਿਊਰੀਜ਼ ਨੇ, ਬੇਸਿਕ ਵਰਕਰਸ ਨੂੰ ਕਿੱਦਾਂ ਮੋਟੀਵੇਟ ਕਰ ਸਕਦੇ, ਕਿੱਦਾਂ ਲੀਡਰ ਕਰ ਸਕਦੇ, ਲੀਡਰ ਨੂੰ ਕੀ ਕਰਨਾ ਚਾਹੀਦਾ, ਕਮਿਊਨੀਕੇਸ਼ਨ ਦੀਆਂ ਥਿਊਰੀਜ਼ ਨੇ। ਤਾਂ ਕਹਿੰਦੇ ਜਿਸ ਤਰੀਕੇ ਨਾਲ ਪਿਓਰ ਸਾਇੰਸ ਦੇ ਵਿੱਚ ਥਿਊਰੀਜ਼ ਨੇ ਕਿ ਫਾਰਮੂਲਾਸ ਕਿਵੇਂ ਬਣੇ ਨੇ, ਉਸੇ ਤਰੀਕੇ ਨਾਲ ਸਾਡੇ ਕੋਲ ਮੈਨੇਜਮੈਂਟ ਦੀਆਂ ਵੀ ਆਪਣੀਆਂ ਕੀ ਨੇ ਥਿਊਰੀਜ਼ ਨੇ। ਠੀਕ ਹੈ। ਕਹਿੰਦੇ ਕੀ ਹੈ ਕਿ ਆਰਗੇਨਾਈਜ਼ਡ ਨੌਲੇਜ, ਵੈਸੇ ਕੀ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਆਰਗੇਨਾਈਜ਼ਡ ਨੌਲੇਜ ਹੈ ਉਹ ਕਿ ਸਾਇੰਸ ਦੇ ਵਿੱਚ ਵੀ ਹੈ, ਨੌਲੇਜ ਤੇ ਹੀ ਸਾਡੀ ਡਿਪੈਂਡ ਕਰਦੀ ਹੈ, ਤੇ ਮੈਨੇਜਮੈਂਟ ਦੇ ਵਿੱਚ ਵੀ ਜੇ ਸਾਨੂੰ ਨੌਲੇਜ ਹੋਏਗੀ ਅਸੀਂ ਤਾਂ ਹੀ ਅਪਲਾਈ ਕਰ ਸਕਦੇ। ਮੀਨਸ ਅੱਜ ਤੋਂ ਪਹਿਲਾਂ ਅਗਰ ਆਰਟਸ ਵਾਲੇ ਸਟੂਡੈਂਟ ਸੀ ਜਾਂ ਮੈਥਸ ਵਾਲੇ ਸਟੂਡੈਂਟ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਮੈਨੇਜਮੈਂਟ ਦੇ ਵਿੱਚ ਅਸੀਂ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲਿੰਗ ਕਰਦੇ, ਇਹ ਪ੍ਰੋਸੈਸ ਹੁੰਦੀ ਹੈ। ਨਹੀਂ ਪਤਾ ਸੀ ਕਿ ਸਾਨੂੰ ਪਤਾ ਸੀ ਮੈਨੇਜਮੈਂਟ ਨੂੰ ਅਸੀਂ ਆਰਟ ਸਾਇੰਸ ਕਹਿ ਸਕਦੇ, ਨਹੀਂ ਪਤਾ ਸੀ ਕਿ ਸਾਨੂੰ ਪਤਾ ਸੀ ਮੈਨੇਜਮੈਂਟ ਦੇ ਇਹ ਕਰੈਕਟਰਸ ਹੁੰਦੇ ਨੇ, ਨਹੀਂ ਪਤਾ ਸੀ। ਕਹਿੰਦੇ ਇਸ ਕਰਕੇ ਮੈਨੇਜਮੈਂਟ ਵੀ ਇੱਕ ਨੌਲੇਜ ਬੇਸਡ ਸਬਜੈਕਟ ਹੈ। ਵਿਦਆਊਟ ਨੌਲੇਜ ਮੈਨੇਜਮੈਂਟ ਨੂੰ ਕਹਿੰਦੇ ਕੀ ਹੈ ਅਸੀਂ ਰੀਅਲ ਲਾਈਫ ਅਪਲਾਈ ਜ਼ਰੂਰ ਕਰਦੇ, ਪਰ ਸਾਨੂੰ ਨੌਲੇਜ ਨਾਲ ਅਸੀਂ ਨੂੰ ਹੋਰ ਅੱਛੇ ਤਰੀਕੇ ਨਾਲ ਅਪਲਾਈ ਕਰ ਸਕਦੇ। ਪ੍ਰੈਕਟਿਸ ਕੀ ਕਹਿ ਰਹੇ ਨੇ ਇੱਥੇ, ਪ੍ਰੈਕਟਿਸ ਨੂੰ ਵੈਸੇ ਬੁੱਕ ਦੇ ਵਿੱਚ ਪੜੋਗੇ ਅਲੱਗ ਡਿਫਾਈਨ ਕੀਤਾ ਹੋਏਗਾ। ਪ੍ਰੈਕਟਿਸ ਦਾ ਮੀਨਿੰਗ ਕੀ ਹੁੰਦਾ, ਕਹਿੰਦੇ ਜਿਵੇਂ ਨਾ ਡਾਕਟਰ ਹੁੰਦੇ ਨੇ, ਕਹਿੰਦੇ ਡਾਕਟਰਸ ਕੋਲ ਨਾ ਆਪਣੇ ਕੋਲ ਕੀ ਹੁੰਦਾ, ਡਾਕਟਰ ਕੋਲ ਲਾਇਸੈਂਸ ਹੁੰਦਾ ਹੈ। ਉਸ ਤਰੀਕੇ ਨਾਲ ਜਿਵੇਂ ਲਾਇਰ ਹੈ, ਕਹਿੰਦੇ ਲਾਇਰ ਕੋਲ ਵੀ ਕੀ ਹੋਏਗਾ, ਲਾਇਸੈਂਸ ਹੋਏਗਾ। ਪਰ ਜੋ ਮੈਨੇਜਰ ਹੈ, ਕਹਿੰਦੇ ਮੈਨੇਜਰ ਨੂੰ ਨਾ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਪੈਂਦੀ। ਦੇਖੋ ਮੈਂ ਸਪੋਜ਼ ਕੀ ਹੈ, ਮੈਂ ਬੀਕਾਮ ਜਾਂ ਐਮਕਾਮ ਕਰਨ ਤੋਂ ਬਾਅਦ ਕਿਸੇ ਆਪਣੀ ਆਰਗੇਨਾਈਜੇਸ਼ਨ ਨੂੰ ਮੈਨੇਜ ਕਰਨ ਲੱਗ ਗਿਆ। ਸਪੋਜ਼ ਮੈਂ ਕਿਤੇ ਮੈਨੇਜਰ ਲੱਗੀ, ਕਹਿੰਦੇ ਮੈਨੇਜਮੈਂਟ ਲਈ ਨਾ ਮੈਨੇਜਰ ਲੱਗਣ ਲਈ MBA ਹੋਣੀ ਜ਼ਰੂਰੀ ਨਹੀਂ ਹੈ, ਪਰ ਡਾਕਟਰ ਬਣਨ ਲਈ ਸਾਨੂੰ MBBS ਜਿਵੇਂ MD ਵਗੈਰਾ ਹੋਣਾ ਜ਼ਰੂਰੀ ਹੈ। ਲਾਇਰ ਬਣਨ ਲਈ ਸਾਡੇ ਕੋਲ ਕਿ LLB ਹੋਣਾ ਜ਼ਰੂਰੀ ਹੈ। ਇਸ ਕਰਕੇ ਸਿਰਫ ਇੱਕ ਪ੍ਰੈਕਟਿਸ ਪੁਆਇੰਟ ਹੈ, ਜਿਵੇਂ ਐਕਸਪਲੇਨ ਅਸੀਂ ਕਿ ਮੈਨੇਜਮੈਂਟ ਦੇ ਫੇਵਰ ਦੇ ਵਿੱਚ ਹੀ ਕਰਾਂਗੇ, ਪਰ ਪ੍ਰੈਕਟਿਸ ਦੇ ਵਿੱਚ ਇਹੀ ਚੀਜ਼ ਹੈ ਕਿ ਬਾਕੀ ਜਿਹੜੀ ਚੀਜ਼ਾਂ ਨੇ ਉੱਥੇ ਪ੍ਰੈਕਟਿਸ, ਜਿਵੇਂ ਸਾਡੇ ਕੋਲ ਡਾਕਟਰ, ਲਾਇਰ ਵਗੈਰਾ ਹੈ, ਉਹਦੇ ਵਿੱਚ ਪ੍ਰੈਕਟਿਸ ਅਪਲਾਈ ਜ਼ਿਆਦਾ ਹੁੰਦੀ ਹੈ ਵੀ ਸਾਡੇ ਕੋਲ ਇੱਕ ਆਰਗੇਨਾਈਜੇਸ਼ਨ ਪ੍ਰੋਪਰ ਹੁੰਦੀ ਹੈ। ਪਰ ਜੋ ਮੈਨੇਜਮੈਂਟ ਹੈ ਇਹਦੇ ਵਿੱਚ ਸਾਡੇ ਕੋਲ ਨਾ ਕੁਝ ਵੀ ਸਾਡੇ ਪ੍ਰੋਪਰ ਆਰਗੇਨਾਈਜੇਸ਼ਨਸ ਨਹੀਂ ਹੁੰਦੇ, ਕੁਝ ਪ੍ਰੋਪਰ ਰੂਲ ਐਂਡ ਰੈਗੂਲੇਸ਼ਨਸ ਨਹੀਂ ਹੁੰਦੇ। ਪਰ ਅਲਟੀਮੇਟ ਅਸੀਂ ਐਂਡ ਰਿਜ਼ਲਟ ਇਹੀ ਕਵਾਂਗੇ, ਜੋ ਸਾਡੇ ਕੋਲ ਮੈਨੇਜਮੈਂਟ ਆ ਉਹ ਪਿਓਰ ਸਾਇੰਸ ਨਹੀਂ ਹੁੰਦੀ, ਉਹ ਕੀ ਹੁੰਦੀ ਹੈ, ਇਕੱਲੀ ਸੋਸ਼ਲ ਸਾਇੰਸ ਹੁੰਦੀ ਹੈ। ਅੱਗੇ ਜੀ ਨੈਕਸਟ ਟੌਪਿਕ ਇਜ਼, ਕਹਿੰਦੇ ਮੈਨੇਜਮੈਂਟ ਐਜ਼ ਅ ਪ੍ਰੋਫੈਸ਼ਨ। ਕਹਿੰਦੇ ਅੱਜ ਦੇ ਦੇਖੋ ਵੈਸੇ ਅਸੀਂ ਕਵਾਂਗੇ ਕਿ ਅੱਜ ਕਾਫੀ ਏਰੀਆਜ਼ ਦੇ ਵਿੱਚ ਮੈਨੇਜਮੈਂਟ ਨੂੰ ਐਜ਼ ਅ ਪ੍ਰੋਫੈਸ਼ਨ ਰਨ ਕੀਤਾ ਜਾਂਦਾ ਹੈ, ਕਿਉਂਕਿ ਅਸੀਂ MBA ਕਰਨ ਤੋਂ ਬਾਅਦ ਹੀ ਕਿਸੇ ਕੰਪਨੀ ਦੇ ਵਿੱਚ ਮੈਨੇਜਰ ਅਪਾਇੰਟ ਹੁੰਦੇ ਆ। ਪਰ ਜਿਵੇਂ ਜਿਵੇਂ ਟਾਈਮ ਪੈਸੇਜ ਹੋਏਗਾ ਅਸੀਂ ਕਵਾਂਗੇ ਕਿ ਇਹਦੇ ਵਿੱਚ ਹਜੇ ਵੀ ਡਿਵੈਲਪਮੈਂਟ ਦੀ ਲੋੜ ਹੈ, ਕੁਛ ਨਾ ਕੁਛ ਨਿਊ ਬਿਲਡ ਕਰਨ ਦੀ ਲੋੜ ਹੈ ਕਿ ਫਿਊਚਰ ਦੇ ਵਿੱਚ ਇਹਨੂੰ ਅਸੀਂ ਕੀ ਹੈ ਫੁੱਲ ਐਜ਼ ਅ ਪ੍ਰੋਫੈਸ਼ਨ ਕੰਸੀਡਰ ਕਰਨ ਲੱਗ ਜਾਗੇ। ਲੈਵਲਸ ਕੀ ਹੁੰਦੇ ਨੇ ਸਾਡੇ ਕੋਲ, ਮੇਨ 3 ਲੈਵਲਸ ਹੁੰਦੇ ਨੇ, ਕਈ ਵਾਰ ਕੁਝ 4 ਕੰਸੀਡਰ ਕਰ ਲੈਂਦੇ ਨੇ, ਪਰ ਮੇਨ 3 ਨੇਗੇ, ਟੌਪ, ਮਿਡਲ ਤੇ ਲੋਅਰ। ਇਹਦੇ ਵਿੱਚ ਹੋਰ ਕੁਝ ਨਹੀਂ ਹੈ। ਟੌਪ ਦੇ ਵਿੱਚ ਜਿਵੇਂ ਸਾਡੇ ਕੋਲ ਕੁਝ ਐਗਜ਼ਾਮਪਲ ਨੇ ਵੀ ਚੇਅਰਮੈਨ ਹੁੰਦੇ ਨੇ, ਐਗਜ਼ੀਕਿਊਟਿਵਸ ਹੁੰਦੇ ਨੇਗੇ, ਸਾਡੇ ਆਫੀਸਰ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਇਹ ਕੀ ਕਰਦੇ ਨੇ, ਇਹਨਾਂ ਨੂੰ ਆਰਡਰਸ ਦਿੰਦੇ ਨੇਗੇ। ਠੀਕ ਹੈ ਜੀ। ਜੋ ਮਿਡਲ ਹੈ ਕਿਹਨੂੰ ਆਰਡਰ ਦਿੰਦਾ, ਲੋਅਰ ਨੂੰ ਆਰਡਰ ਦਿੰਦਾ ਹੈਗਾ। ਤੇ ਜੋ ਲੋਅਰ ਦੀਆਂ ਪ੍ਰੋਬਲਮਸ ਨੇ, ਜੋ ਮਤਲਬ ਆਪਰੇਸ਼ਨਲ ਲੈਵਲ ਲੋਅਰ, ਉਹ ਆਪਣੇ ਪ੍ਰੋਬਲਮਸ ਕਿਹਨੂੰ ਦੇਣਗੇ, ਮਿਡਲ ਨੂੰ ਦੇਣਗੇ। ਮਿਡਲ ਕਿਹਦੇ ਕੋਲ ਜਾਣਗੇ, ਟੌਪ ਦੇ ਵਿੱਚ। ਮਿਡਲ ਦੇ ਹੋਰ ਕੰਮ ਕੀ ਹੁੰਦੇ ਨੇ, ਮਿਡਲ ਨੂੰ ਅਸੀਂ ਸਿੰਪਲ ਲਿਖ ਸਕਦੇ ਹਾਂ ਕਿ ਆਪਣੇ ਤੋਂ ਲੋਅਰ ਨੂੰ ਕੀ ਦਿੰਦਾ, ਕੰਮ ਦਿੰਦਾ, ਉਹਨਾਂ ਦਾ ਕੰਮ ਚੈੱਕ ਕਰਦਾ। ਤੇ ਆਪਣੇ ਟੌਪ ਨੇ, ਜੋ ਟੌਪ ਲੋਕ ਮਤਲਬ ਕਿ ਜਿਵੇਂ ਪ੍ਰਿੰਸੀਪਲ ਨੇ HOD ਨੂੰ ਦੇਤਾ, HOD ਕਿਹਨੂੰ ਅਸਾਈਨ ਕਰੇਗਾ, ਕੰਮ ਟੀਚਰਸ ਨੂੰ। ਤਾਂ ਕਹਿੰਦੇ ਟੌਪ ਤੋਂ ਡਾਇਰੈਕਸ਼ਨਸ ਲੈ ਕੇ ਕਿਹਨੂੰ ਪ੍ਰੋਵਾਈਡ ਕਰਦਾ ਹੈ, ਲੋਅਰ। ਦੈਟਸ ਇਟ। ਕਹਿੰਦੇ ਇਹਦੇ ਵਿੱਚ ਬਸ ਥੋੜਾ ਜਿਹਾ ਨੇਮ ਯਾਦ ਕਰ ਲਓ, ਬੁੱਕ ਪੁਆਇੰਟ ਆਫ ਵਿਊ ਵੀ ਕਿਹੜੇ ਕਿਹੜੇ ਸਾਡੇ ਕੋਲ ਹੁੰਦੇ ਨੇ। ਜਿਵੇਂ ਸਾਡੇ ਕੋਲ ਇਹਦੇ ਵਿੱਚ ਡਿਵੀਜ਼ਨਲ ਹੈਡ ਹੋ ਜਾਂਦੇ ਨੇਗੇ, ਜਾਂ ਫਿਰ ਅਸੀਂ ਕਹਿੰਦੇ ਜਿਹੜੇ ਸਾਡੇ ਕੋਲ ਮੈਨੇਜਰਸ, ਜਨਰਲ ਮੈਨੇਜਰਸ ਹੁੰਦੇ ਨੇਗੇ, ਉਹ ਚੀਜ਼। ਆਪਰੇਸ਼ਨਲ ਮੈਨੇਜਮੈਂਟ, ਜੋ ਐਕਟੀਵਿਟੀਜ਼ ਪਰਫਾਰਮ ਕਰਦੇ ਹਾਂ ਅਸੀਂ ਕਿਹੜੇ ਲੈਵਲ ਤੇ, ਲੋਅਰ ਲੈਵਲ ਤੇ।
दैट्स इट। ਇਹ ਵੀ ਸਾਡਾ ਸ਼ੋਰਟ ਦੇ ਵਿੱਚ 3 ਮਾਰਕਸ ਦੇ ਵਿੱਚ ਬਣਦਾ ਹੈ ਤਾਂ ਅਸੀਂ ਕਹਾਂਗੇ 3 ਲੈਵਲਸ ਨੇ, ਤਿੰਨਾਂ ਨੂੰ ਕੀ ਹੈ 2-3 ਲਾਈਨਸ ਦੇ ਵਿੱਚ ਡਿਫਾਈਨ ਕਰ ਦੋ। ਇੱਕ ਕੀ ਹੈ ਤੁਸੀਂ ਡਾਇਗ੍ਰਾਮ ਬਣਾ ਦਿਓ, ਉਹਦੇ ਵਿੱਚ ਲਿਖ ਦਿਓ ਵੀ ਜੋ ਟੌਪ ਹੈ ਉੱਥੇ ਕੀ ਘੱਟ ਲੋਕ ਹੁੰਦੇ ਨੇ ਕਿਉਂਕਿ ਟੌਪ ਹਰ ਕੋਈ ਥੋੜਾ ਨਾ ਓਨਰ ਹੋਏਗਾ, ਫਿਰ ਮਿਡਲ ਦੇ ਵਿੱਚ ਉਦੋਂ ਥੋੜੇ ਜ਼ਿਆਦਾ ਲੋਕ ਹੋ ਜਾਂਦੇ ਨੇ, ਲੋਅਰ ਦੇ ਵਿੱਚ ਜ਼ਿਆਦਾ ਵਰਕਰਸ ਹੁੰਦੇ ਨੇ ਤਾਂ ਥੱਲੇ ਹੀ ਰਹਿ आगे जी फंक्शंस की ने बहुत बार दस चुकी हैं, एक्सप्लेन कर चुके हैं। प्लानिंग, ऑर्गेनाइजिंग, स्टाफिंग, डायरेक्टिंग, कंट्रोलिंग। पर इत्थे जदों ਅਸੀਂ कर रहे हैं ਅਸੀਂ ਇੱਥੇ ऐड करके चलांगे साडा कोऑर्डिनेशन मतलब कोऑर्डिनेटिंग। आगे जी प्लानिंग मतलब कोई भी काम करन तो पहला की करो तुसी उसनु डिसाइड करो, कहंदे थिंक in advance before doing, can thinking before doing is planning। काम करन तो पहला सोचना सी किवें काम करना है, कौन करेगा, कदों होएगा, किवें होएगा, उसनु असी की कहने हां प्लान। ऑर्गेनाइजिंग की है सिर्फ असी की है जो ड्यूटीज जो पर्सन है जैसे एक्चुअल च नहीं दे रहे, सिर्फ असी डिसाइड कर रहे हां भी साडी ऑर्गेनाइजेशन दे विच किन्ना काम होएगा, केड़ा काम केड़ी जॉब ते परफॉर्म करेगा। मतलब प्रिंसिपल कौन है वो नहीं हजे से सोचा, पर प्रिंसिपल की काम परफॉर्म करेगी वो सोच ले जो पर्सन प्रिंसिपल दी पोस्ट ते होएगा की काम करेगा। प्रिंसिपल किनु हैंडल करेगी एचओडी नु। एचओडी ਅਸੀਂ ਹਜੇ ਹਾਇਰ ਨਹੀਂ ਕੀਤਾ, ਸਾਨੂੰ ਨਹੀਂ ਪਤਾ ਕੌਣ ਹੈ, ਪਰ ਐਚਓਡੀ ਕੋਲ ਕੀ ਪਾਵਰਸ ਹੋਣਗੀਆਂ, ਕਿਹੜੇ-ਕਿਹੜੇ ਉਹਦੇ ਪਰਸਨ ਅੰਡਰ ਕੰਮ ਹੋਣਗੇ। ਟੀਚਰਸ ਸਾਨੂੰ ਇੱਕ ਕੀ ਚਾਹੀਦਾ, ਪੰਜਾਬੀ ਦਾ ਟੀਚਰ ਚਾਹੀਦਾ, ਇੱਕ ਹਿੰਦੀ ਦਾ ਚਾਹੀਦਾ, ਇੱਕ ਅਕਾਊਂਟਸ ਦਾ ਚਾਹੀਦਾ, ਇੱਕ ਸਾਇੰਸ ਦਾ ਚਾਹੀਦਾ। ਡਿਫਾਈਨ ਕਰ ਲਿਆ ਕਿ ਨੰਬਰ ਆਫ ਜੌਬਸ ਇੰਨੀਆਂ ਹੋਣਗੀਆਂ, ਪਰ ਕੌਣ ਹੋਏਗਾ ਉਹ ਅਸੀਂ ਕਿੱਥੇ ਜਾ ਕੇ ਫਿਲ ਕਰਾਂਗੇ ਸਟਾਫਿੰਗ ਦੇ ਵਿੱਚ। ਸਟਾਫਿੰਗ ਦਾ ਸਿੰਪਲ ਮੀਨਿੰਗ ਹੈ ਕਹਿੰਦੇ ਪੁੱਟ ਰਾਈਟ people for the right job at right time, सही टाइम पे राइट टाइम। क्योंकि देखो जिन्ने में तुसी अलग-अलग बुक्स पढ़ोगे, अलग-अलग राइटर्स, अलग-अलग थोड़े ऑथर्स अलग-अलग चीजें प्रोवाइड करेंगे, तो मेन स्टाफिंग का मतलब की हुंदा हैगा पुटिंग राइट पीपल at right time on right job। ओके जी डायरेक्टिंग की ਹੁੰਦਾ ਉਹਨਾਂ ਨੂੰ ਕੰਮ ਦੱਸਣਾ ਵੀ ਕਿੱਦਾਂ ਕੰਮ ਕਰੋ। ਡਾਇਰੈਕਟਿੰਗ ਵਿੱਚ ਸਾਡੇ ਕੋਲ ਮੇਨ 4 ਪੁਆਇੰਟਸ ਆ ਜਾਂਦੇ ਨੇ। ਤੁਸੀਂ ਕਹਿੰਦੇ ਲੀਡ ਕਮਿਊਨੀਕੇਸ਼ਨ ਕਰੋ, ਮੋਟੀਵੇਟ ਕਰੋ, ਲੀਡਰਸ਼ਿਪ ਕਰੋ ਤੇ ਕਹਿੰਦੇ ਤੁਸੀਂ ਕੀ ਕਰੋ ਪਬਲਿਕ ਨੂੰ ਇਨਫਲੂਐਂਸ ਕਰੋ। आगे जी तो उस वक्त कोऑर्डिनेशन मतलब ਹੁੰਦਾ ਮਿਲ ਜੁਲ ਕੇ ਕੰਮ ਕਰੋ। ਕੋਆਰਡੀਨੇਸ਼ਨ ਸਾਡੇ ਅਮੰਗ ਦਾ ਡਿਪਾਰਟਮੈਂਟਸ ਵੀ ਹੋ ਸਕਦਾ ਤੇ ਵਰਕਰਸ ਵੀ ਹੋ ਸਕਦਾ। ਜਿਵੇਂ ਡਿਪਾਰਟਮੈਂਟ ਦੇ ਵਿੱਚ ਅਸੀਂ ਕੀ ਮੰਨ ਚੱਲਦੇ ਪਰਚੇਜ਼, ਪ੍ਰੋਡਕਸ਼ਨ, ਸੇਲ, ਫਾਈਨਾਂਸ ਅਸੀਂ ਕਿੱਦਾਂ ਕ੍ਰੀਏਟ ਕਰ ਰਹੇ ਹਾਂ, ਐਚਆਰ ਸਾਡੇ ਕੋਲ ਕਿੱਦਾਂ ਹੋਏਗਾ ਉਹਨੂੰ ਅਸੀਂ ਕੀ ਕਹਿੰਦੇ ਕੋਆਰਡੀਨੇਟ ਕਰਨਾ। ਕੋਆਰਡੀਨੇਟ ਤੋਂ ਬਾਅਦ ਸਾਡੇ ਕੋਲ ਕੀ ਆ ਜਾਂਦਾ ਕੰਟਰੋਲਿੰਗ। ਕੰਟਰੋਲਿੰਗ ਦੇ ਵਿੱਚ ਕੀ ਹੈ ਜੋ ਅਸੀਂ ਉੱਪਰ ਤੱਕ ਹੁਣ ਤੱਕ ਸਟੈਪ ਆ ਰਹੇ ਨੇ, ਜੋ ਅਸੀਂ ਪਲਾਨ ਕੀਤਾ ਕੀ ਪਲਾਨ ਸਾਡਾ ਅੱਛੇ ਤਰੀਕੇ ਨਾਲ ਅਪਲਾਈ ਹੋ ਰਿਹਾ ਕਿ ਐਕਚੁਅਲ ਪਰਫਾਰਮੈਂਸ ਜੋ ਅਸੀਂ ਸੋਚੀ ਸੀ ਸਾਡੀ ਉਸੇ ਤਰੀਕੇ ਨਾਲ ਹੋ ਰਹੀ ਹੈ, ਮਤਲਬ ਔਨ ਦਾ ਪਾਥ ਆਫ ਪਲਾਨ ਕਿ ਅਕੋਰਡਿੰਗ ਟੂ ਪਲਾਨ ਹੋ ਰਿਹਾ ਕਿ ਨਹੀਂ। ਅਗਰ ਸਾਡੇ ਪਲਾਨਸ ਦੇ ਅਕੋਰਡਿੰਗ ਦੋ ਹੀ ਸਿਚੁਏਸ਼ਨਸ ਹੋ ਸਕਦੇ, ਜਾਂ ਤਾਂ ਹੋਏਗਾ ਜਾਂ ਨਹੀਂ ਹੋਏਗਾ। ਅਗਰ ਹੋ ਰਿਹਾ ਤਾਂ ਓਕੇ ਸਾਨੂੰ ਕੁਝ ਕੰਟਰੋਲ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਅਗਰ ਨਹੀਂ ਹੋਏਗਾ ਫਿਰ ਅਸੀਂ ਕੀ ਪਰਫਾਰਮ ਕਰਾਂਗੇ ਕੰਟਰੋਲ। ਫਿਰ ਸਾਨੂੰ ਕੀ ਪਰਫਾਰਮ ਕਰਨਾ ਪਏਗਾ ਕੰਟਰੋਲਿੰਗ ਪਰਫਾਰਮ ਕਰਨਾ ਪਏਗਾ। ਅਸੀਂ ਦੁਬਾਰਾ ਤੋਂ ਪਲੈਨਿੰਗ ਤੇ ਜਾਵਾਂਗੇ, ਅਸੀਂ ਉੱਥੇ ਆਪਣੇ ਡਿਸੀਜਨ ਮੇਕਿੰਗ ਨੂੰ ਚੇਂਜ ਕਰਾਂਗੇ, ਫਿਰ ਤੋਂ ਉਹਨਾਂ ਨੂੰ ਕੀ ਕਰਾਂਗੇ ਅਪਲਾਈ ਕਰਾਂਗੇ, ਫਿਰ ਤੋਂ ਅਸੀਂ ਦੇਖਾਂਗੇ ਕਿ ਸਾਡੇ ਰਿਜ਼ਲਟ ਪਰਫਾਰਮ ਹੋ ਰਹੇ ਕਿ ਨਹੀਂ। ਅਗਰ ਫਿਰ ਤੋਂ ਰਿਜ਼ਲਟ ਪਰਫਾਰਮ ਹੋ ਗਏ ਠੀਕ ਹੈ ਛੱਡ ਦੋ, ਨਹੀਂ ਹੋਏ ਤਾਂ ਫਿਰ ਅਸੀਂ ਉਹਨਾਂ ਨੂੰ ਦੁਬਾਰਾ ਤੋਂ ਕੀ ਕਰਾਂਗੇ ਕੰਟਰੋਲ ਕਰਾਂਗੇ। आगे जी नेक्स्ट है करैक्टर्स ऑफ कोऑर्डिनेशन। वैसे की है सानू ਇਹ ਵੀ 5 ਮਾਰਕਸ ਦੇ ਵਿੱਚ ਇੰਪੋਰਟੈਂਟ ਬਣੇਗਾ, 4 ਮਾਰਕਸ ਦੇ ਵਿੱਚ ਅਕੋਰਡਿੰਗ ਸੌਰੀ ਫਾਈਨਲੀ 4 ਮਾਰਕਸ ਦੇ ਵਿੱਚ ਇਹ 7 ਮਾਰਕਸ ਦੇ ਵਿੱਚ ਆਪਣੇ ਆਪ ਦੇ ਵਿੱਚ ਕੱਲਾ ਟੌਪਿਕ ਨਹੀਂ ਆਏਗਾ। ਕਹਿੰਦੇ ਕੋਆਰਡੀਨੇਸ਼ਨ ਦਾ ਮਤਲਬ ਕਿ ਇੰਟੀਗ੍ਰੇਟ ਕਰੋ, ਕਹਿੰਦੇ ਗਰੁੱਪ ਐਫਰਟਸ ਨੂੰ। ਯੂਨਿਟਸ ਆਫ ਐਕਸ਼ਨ ਹੈ ਮਤਲਬ ਸਾਰੀ ਜੋ ਅਸੀਂ ਕੰਮ ਕਰ ਰਹੇ ਉਹਨੂੰ ਕਰੋ। ਅਗੇਨ ਉਹੀ ਕੰਟੀਨਿਊਸ ਪ੍ਰੋਸੈਸ ਹੈ, ਪਰਵੇਸਿਵ ਹੋਲ ਲੈਵਲ ਤੇ ਹਰ ਲੈਵਲ ਤੇ ਅਪਲਾਈ ਹੋਏਗਾ। ਤੇ ਰਿਸਪੌਂਸਿਬਿਲਿਟੀ ਕਿਹਦੀ ਹੈ ਮੈਨੇਜਰ ਦੇ ਕਿ ਹਰ ਡਿਪਾਰਟਮੈਂਟ ਦੇ ਵਿੱਚ ਕੋਆਰਡੀਨੇਸ਼ਨ ਹੋਵੇ। ਇੰਪੋਰਟੈਂਸ ਅਗੇਨ ਉਹੀ ਹੈ ਵੀ ਸਾਨੂੰ ਸਾਈਜ਼ ਗਰੋਥ ਦੇ ਵਿੱਚ ਹੈਲਪ ਕਰੇਗਾ, ਸਾਡੇ ਫੰਕਸ਼ਨਸ ਨੂੰ ਅੱਛੇ ਤਰੀਕੇ ਨਾਲ ਪਰਫਾਰਮ ਕਰੇਗਾ, ਅਸੀਂ ਸਪੈਸ਼ਲਾਈਜੇਸ਼ਨ ਕੇ ਪਰਫਾਰਮ ਕਰ ਸਕਦੇ ਹਾਂ। ਅਗੇਨ ਉਹੀ ਲਿਖ ਸਕਦੇ ਪ੍ਰੋਫਿਟ ਮੈਕਸਿਮਾਈਜੇਸ਼ਨ, ਵੇਸਟੇਜ ਘੱਟ ਹੋਏਗੀ, proper use of resources, proper utilization of resources, efficiency, effectiveness, coordination, cooperation, planning ਨੂੰ perform ਕਰਨ ਦੇ ਵਿੱਚ help ਕਰੇਗਾ। ਕੰਟਰੋਲ ਅਸੀਂ ਅੱਛੇ ਤਰੀਕੇ ਨਾਲ ਕਰ ਸਕਦੇ ਹਾਂਗੇ। ਇੱਕ ਚੀਜ਼ ਹੋਰ ਜੋ functions ਦੇ points ਨੇ ਨਾ ਉਹ ਵੀ ਸਾਡੇ ਕੋਲ ਕੇ features ਜਾਂ ਕੋਡ ਉਹ ਬਣ ਸਕਦੇ ਨੇ ਇੰਪੋਰਟੈਂਸ। ਜਿਵੇਂ ਪਲੈਨਿੰਗ ਦੇ ਵਿੱਚ ਮੈਂ ਲਿਖ ਸਕਦੀ ਹਾਂ ਜੇ ਪਲੈਨਿੰਗ ਦਾ ਮੇਰੇ ਕੋਈ ਇੰਪੋਰਟੈਂਸ ਆ ਰਿਹਾ ਕਿ ਮੈਨੂੰ ਅੱਗੇ ਕੀ ਹੈ ਡਿਸੀਜਨ ਮੇਕਿੰਗ ਦੇ ਵਿੱਚ ਹੈਲਪ ਕਰੇਗਾ, ਕੰਟਰੋਲ ਦੇ ਵਿੱਚ ਹੈਲਪ ਕਰੇਗਾ, ਲਿਖ ਸਕਦੇ ਆ। ਕੰਟਰੋਲਿੰਗ ਦੇ ਵਿੱਚ ਕੀ ਜਾ ਕੇ ਲਿਖ ਸਕਦੀ ਹਾਂ ਵੀ ਜੇ ਮੈਂ ਕੰਟਰੋਲ ਕਰਨਾ ਚਾਹੁੰਦੀ ਹਾਂ ਤਾਂ ਮੇਰੀ ਪਲੈਨਿੰਗ ਕੀ ਹੈ ਮੈਂ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰੂੰਗੀ, ਡਿਸੀਜਨ ਮੇਕਿੰਗ ਅੱਛੇ ਤਰੀਕੇ ਨਾਲ ਕਰ ਸਕਦੇ। ਸੇਮ ਪੁਆਇੰਟਸ ਦੀ ਹੈਡਿੰਗ ਨੂੰ ਸਿਰਫ ਅਸੀਂ ਕੀ ਐਕਸਪਲੇਨ ਕਰਕੇ ਉਸਦਾ
ਕਿਵੇਂ ਮਰਜ਼ੀ ਕਿਤੇ ਮਰਜ਼ੀ ਅਪਲਾਈ ਕਰ ਸਕਦੇ। ਮੈਨੇਜਮੈਂਟ ਇੱਕ ਏਦਾਂ ਦਾ ਸਬਜੈਕਟ ਹੈ, ਤੁਸੀਂ ਕਿੰਨੇ ਮਰਜ਼ੀ ਕ੍ਰੀਏਟਿਵ ਬਣ ਸਕਦੇ ਹੋ, ਤੁਹਾਨੂੰ ਕੋਈ ਮਨਾ ਨਹੀਂ ਕਰ ਸਕਦਾ ਕ੍ਰੀਏਟਿਵ ਬਣਨ ਨੂੰ। ਦੇਖੋ ਇੱਕ ਹੁੰਦਾ ਲਿਮਿਟ ਹੁੰਦੇ ਨੇ ਕਿ ਤੁਹਾਡੇ ਟੀਚਰਸ ਕੀ ਸੋਚ ਰਹੇ ਨੇ, ਐਮਐਸਟੀ ਦੇ ਵਿੱਚ ਇੱਕ ਬਾਉਂਡਰੀਜ਼ ਹੁੰਦੀਆਂ ਨੇ, ਫਾਈਨਲਸ ਦੇ ਵਿੱਚ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ। ਚਾਹੇ ਤੁਸੀਂ +2 ਮਤਲਬ ਕਰ ਰਹੇ ਹੋ ਹਨਾ, +2 ਵਿੱਚ ਸੇਮ ਟੌਪਿਕ ਆ ਰਿਹਾ, BBA BCA BCom MCom MBA ਹਰ ਦੇ ਵਿੱਚ ਸੇਮ ਟੌਪਿਕ ਆਏਗਾ ਮੈਨੇਜਮੈਂਟ। ਕਿੰਨੇ ਮਰਜ਼ੀ ਕ੍ਰੀਏਟਿਵ ਤੁਸੀਂ ਕੀ ਹੈ ਬਣ ਸਕਦੇ।